अगर लॉन्ग पीरियड वास्ते रखते हो तो वो परचेजिंग भी तुहाडी सस्ती होएगी। तो ਉਹਦੇ 'ਚ ਇਹ ਵੇ कि ਤੁਹਾਨੂੰ 10-15 हज़ार कोई 7 हज़ार भी दे जाता, कोई 10 हज़ार भी दे जाता, कोई 15 हज़ार भी दे जाता, कोई 20 हज़ार भी दे जाता। प्रॉफिट तो दे ही जाता। ज़ाहिर बात है डेफिनेटली फार्मर एक कोई बंदा कि मैनू प्रॉफिट नहीं आती है तो झूठ तो प्रॉफिट वास्ते बंदा काम करता, कुछ ना कुछ तो प्रॉफिट लैके काम करता ना। राज भाई जानवर नू देखो, अगर मैं समझदा कि जानवर नू अगर 3 महीने कम से कम जानवर तुहाडे कोल लाजमी होना चाहिए, क्योंकि जानवर जो आता है 15-20 दिन तो स्ट्रैस से वो गुजर जाती। डेफिनेटली तुसी ओदी डिवर्मिंग करनी है तो तुसी ओनू कोई वैक्सीनेशन करनी है कोई चीज़, वो जानवर तकरीबन वो महीना जोड़ा ना वो स्ट्रैस से गुजर जाता है। फिर 2 महीने वो कोल होंदे ने अपना आप जो संभालना जानवर, 2 महीने बाद अपना आप ठीक बना लेना। अस्सलाम वालेकुम जी वालेकुम सलाम सर, की हाल है? ठीक हो? अल्लाह का शुक्र। जनाब दा की नाम है? मेरा नाम मिर्ज़ा यासर बेग नाम है। यासर साहब किस इलाके तो तलक है? गुजरात। गुजरात शहर है जी? शहर तो तुसी अगर शहर एंटर होंगे ना सिटी च साडा फार्म है, बेग कैटल फार्म के नाम। सर ਜਿਹੜਾ ਮਹੱਲਾ ਹੈ ਦੀ ਜ਼ਰਾ ਤਫਸੀਲ ਦੱਸ ਦਿਓ ਤਾਂ ਕਿ ਜਿਹੜੇ ਦੋਸਤ ਜਾਨਵਰ ਖਰੀਦਣਾ ਚਾਹੁੰਦੇ ਨੇ ਉਹਨਾਂ ਦੀ ਰਹਿਨਮਾਈ ਹੋਈਏ। जी अगर कोई दोस्त लाहौर वाली साइड तो या पिंडी वाली साइड तो आ रहे हैं तो एक ही रोड आता है हरिये वाला रोड, शादी वाला रोड, हरिये वाले चौंक तो एंटर होकर शादी वाले रोड पर आएंगे तो अख्तर शाह कलोनी के बिल्कुल सामने मेरा फार्म। तो सर माशाल्लाह किन्ने अरसे तू कुर्बानी वास्ते बच्चे तैयार कर दियो पे ते तजर्बा कैसा रहा? तजर्बा तो बहुत अच्छा है, तकरीबन हो गए ने सानू कोई 2 महीने हो गए ने बच्चे लैके आए। कुछ पहले असी काम कर रहे थे छोटी कट्टी का ते नाल ईद का असी सीजन लगाया तो मैं क्या बच्चे छे थोड़ा जिहा काम किया माशाल्लाह। ਤੇ ਸਰ ਇਹ ਜਿਹੜੇ ਜਾਨਵਰ ਤੁਸੀਂ ਖਰੀਦੇ ਨੇ ਟੋਟਲ ਕਿੰਨੇ ਜਾਨਵਰ ਨੇ ਤੇ ਪੁੱਛਣਾ ਚਾਹਾਂਗਾ ਕਿ ਹੁਣ ਇਹਨਾਂ ਦਾ ਕੀ ਰੇਟ ਹੈ, ਕਿਉਂਕਿ ਦੋਸਤ ਈਦ ਵਾਸਤੇ ਜਾਨਵਰ ਖਰੀਦਣਾ ਚਾਹੁੰਦੇ ਨੇ। ਕਮ ਸੇ ਕਮ ਕਿੰਨਾ ਰੇਟ ਹੈ, ਜ਼ਿਆਦਾ ਤੋਂ ਜ਼ਿਆਦਾ ਕਿੰਨਾ ਰੇਟ ਹੈ? ਇਹ ਫਰਾਜ਼ ਭਾਈ ਤਕਰੀਬਨ ਕਮ ਸੇ ਕਮ ਤੇ 130 ਤੋਂ ਲੈ ਕੇ 160 ਤੱਕ ਇਹਨਾਂ ਦਾ ਰੇਟ ਹੈ। ਤੇ ਦੂਸਰਾ ਤਕਰੀਬਨ ਜਿਹੜੇ ਅਸੀਂ ਲੈ ਕੇ ਆਏ ਸਾਂ ਤਕਰੀਬਨ 37 ਬੱਚੇ ਲੈ ਕੇ ਆਏ ਸਾਂ। ਹੁਣ ਜਿਹੜੇ ਖੜੇ ਨੇ ਉਹ ਮੇਰੇ ਕੋਲ ਤਕਰੀਬਨ 26 ਬੱਚੇ। ਠੀਕ ਹੈ, ਬਾਕੀ ਸੇਲ ਹੋ ਗਏ ਨੇ। ਕਮ ਸੇ ਕਮ ਰੇਟ 1,30,000 ਤੇ ਮੈਕਸਿਮਮ 1,60,000 ਤੇ ਮੂੰਹ ਚੋਂ ਸਾਰੇ 2 ਦੰਦ ਨੇ ਜਾਂ ਕੁਝ 4 ਦੰਦ ਵੀ? ਸਾਰੇ 2 ਦੰਦ। ठीक है यासर भाई माशाल्लाह काफ़ी तजर्बाकार हो, पहले कट्टियां दी फार्मिंग भी करते रहे हो, तजर्बा ज़्यादा है तुहाडा। दोस्तों नूं दसना है कि माशाल्लाह तैयारी बड़ी सोहनी कीती है। पहले तैयारी की गल कर लेने कि यह जिहड़े जानवर तुसीं 2 महीने च माशाल्लाह जिंजो कहंदे ने कि इन्हां दी रोटी बदल छड़ी जे, यह किंज कीती है तैयारी? फराज भाई असी अपना एक कंपनी का असी वंडा लै रहे जे छज्जी मार दा, ठीक है, तो नाल असी अपना वंडा तैयार किया, ਉਹਨੂੰ ਮਿਕਸ ਕਰਕੇ ਅਸੀਂ ਵੰਡਾ ਦੇ ਰਹੇ ਹਾਂ ਇਹਨਾਂ ਨੂੰ। ਫਸਟ ਟਾਈਮ ਅਸੀਂ ਇਹਨਾਂ ਨੂੰ ਕੁਝ ਪੱਠਿਆਂ ਦੇ ਨਾਲ ਦੇ ਰਹੇ ਹਾਂ ਮਿਕਸ ਕਰਕੇ TMR ਬਣਾ ਕੇ ਇਹਨਾਂ ਨੂੰ ਜੀ, ਤੇ ਸ਼ਾਮ ਦੇ ਟਾਈਮ ਇਹਨਾਂ ਨੂੰ ਅਸੀਂ ਪਾਣੀ 'ਚ ਮਿਕਸ ਕਰਕੇ ਦੇਈਦਾ ਤੇ ਉਹਦੇ ਨਾਲ ਤੁਸੀਂ ਖੁਦ ਰਿਜ਼ਲਟ ਦੇਖ ਸਕਦੇ ਹੋ ਮਾਸ਼ਾਅੱਲਾ ਕਾਫੀ ਅੱਛਾ। ਸਰ ਜਿਹੜਾ ਵੰਡਾ ਹੈ ਛੱਜੀ ਮਾਰ ਜੀ ਜੀ ਇੱਕ ਜਾਨਵਰ ਨੂੰ ਰੋਜ਼ਾਨਾ ਦਾ ਉਹ ਕਿੰਨਾ ਦਿੰਦੀ ਹੋ, ਤੇ ਜਿਹੜਾ ਆਪਣਾ ਵੰਡਾ ਹੈ ਉਹਦੀ ਕੀ ਮਿਕਦਾਰ ਹੈ, ਤੇ ਜਿਹੜਾ ਆਪਣਾ ਵੰਡਾ ਹੈ ਉਹਦੀ ਵਜ਼ਾਹਤ ਵੀ ਕਰਨੀ ਹੈ ਕਿ ਕਿਹੜੀਆਂ ਚੀਜ਼ਾਂ ਸ਼ਾਮਲ ਨੇ? ਜੀ ਫਰਾਜ਼ ਭਾਈ ਉਹ ਉਹਨਾਂ ਦਾ 9 ਨੰਬਰ ਵੰਡਾ ਹੈ ਮੀਟ ਪਲੱਸ ਹੈ ਸ਼ਾਇਦ ਮੀਟ ਪਲੱਸ, ਤੇ ਉਹਨੂੰ ਅਸੀਂ ਮਿਕਸ ਕਰਕੇ 1.5 ਕਿਲੋ ਸਵੇਰ ਅਸੀਂ ਇੱਕ ਜਾਨਵਰ ਨੂੰ ਦੇ ਰਹੇ ਹਾਂ ਤੇ 1.5 ਕਿਲੋ ਸ਼ਾਮੀ ਦੇ ਰਹੇ ਹਾਂ। ਤੇ ਆਪਣੇ ਜਿਹੜੇ ਵੰਡੇ 'ਚ ਉਹਦੇ 'ਚ ਖਲ ਸਰਸੋਂ ਜੇ ਗੰਦਮ ਦਾ ਦਲੀਆ ਜੇ ਮਕਈ ਦਾ ਦਲੀਆ ਜੌਆਂ ਨੇ ਔਰ ਕਾਲੇ ਚਨੇ ਨੇ ਤੇ 1-2 ਚੀਜ਼ ਐਸੀ ਹੈ ਜਿਹੜੀ ਅਸੀਂ ਮਿਕਸ ਕਰਕੇ ਦੋਵਾਂ ਨੂੰ ਮਿਕਸ ਕਰਕੇ ਦੇ। ਜਿਹੜਾ ਆਪਣਾ ਵੰਡਾ ਹੈ ਉਹਦੀ ਮਿਕਦਾਰ ਕਿੰਨੀ ਹੈ ਰੋਜ਼ਾਨਾ ਦੀ ਇੱਕ ਜਾਨਵਰ ਨੂੰ? ਜੀ ਤਕਰੀਬਨ ਉਹ ਤੁਹਾਨੂੰ ਦੱਸਿਆ ਨਾ ਦੋਵਾਂ ਨੂੰ ਮਿਕਸ ਕਰਕੇ ਨਾ। ਅੱਛਾ ਹਾਂਜੀ ਦੋਵਾਂ ਨੂੰ ਮਿਕਸ ਕਰਕੇ ਠੀਕ ਹੈ, ਯਾਨੀ ਕਿ ਉਹ ਦੋਵਾਂ ਨੂੰ ਮਿਕਸ ਕਰਕੇ 1.5 kg ਸਵੇਰ ਤੇ 1.5 kg ਸ਼ਾਮ ਨੂੰ। 1.5 kg। ਸਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਛੱਜੀ ਮਾਰ ਵੰਡਾ ਹੈ ਉਹਦੇ ਇਸਤੇਮਾਲ ਦੇ ਨਾਲ ਤੁਹਾਨੂੰ ਫਿਰ ਜ਼ਰੂਰਤ ਕਿਉਂ ਪਈ ਆਪਣਾ ਵੰਡਾ ਇਸਤੇਮਾਲ ਕਰਾਉਣ ਦੀ? ਉਹਦੇ 'ਚ ਹੈ ਵੇਖੋ ਥੋੜੀ ਜੀ ਆਰਗੈਨਿਕ ਫੀਡ ਵੀ ਨਾਲ ਹੋਣੀ ਚਾਹੀਦੀ ਹੈ, ਠੀਕ ਹੈ, ਜਿਹੜੀ ਦੇਸੀ ਵੰਡੇ ਹੁੰਦੇ ਨੇ ਅਸੀਂ ਸਮਝਿਆ ਕਿ ਉਹਦੇ ਨਾਲ ਜਿਹੜਾ ਅਸੀਂ ਪਹਿਲੇ ਦੇ ਰਹੇ ਸਾਂ ਇਹਨਾਂ ਨੂੰ ਉਹ ਚੀਜ਼ ਨੂੰ ਨਾ
ਉਹਦੇ ਨਾਲ ਰਿਜ਼ਲਟ ਮਿਲ ਰਿਹਾ ਸੀ, ਲੇਕਿਨ ਖਾਤਰ ਖਾ ਸਾਨੂੰ ਕੋਈ ਤਸੱਲੀ ਬਖਸ਼ ਨਹੀਂ ਸੀ ਕੰਮ ਹੈ, ਲੇਕਿਨ ਅਸੀਂ ਨਾਲ ਆਪਣਾ ਜਿਹੜਾ ਵੰਡਾ ਸ਼ੁਰੂ ਕੀਤਾ ਉਹਦੇ ਨਾਲ ਹੁਣ ਕਾਫੀ ਅੱਛਾ ਸਾਨੂੰ ਰਿਜ਼ਲਟ ਮਿਲ ਰਿਹਾ। ਠੀਕ, ਯਾਨੀ ਕਿ ਜਿਹੜਾ ਦੇਸੀ ਵੰਡਾ ਹੈ ਉਹਦੀ ਵਜ੍ਹਾ ਤੋਂ ਇਹਨਾਂ ਦਾ ਜਿਹੜਾ ਵਜ਼ਨ ਹੈ ਉਹਦੇ 'ਚ ਮਜ਼ੀਦ ਇਜ਼ਾਫਾ ਹੋ ਰਿਹਾ ਜੀ, ਕਿਉਂਕਿ ਦੂਸਰੇ ਨੰਬਰ ਤੇ ਅਸੀਂ ਛੱਜੀ ਮਾਰ ਨੂੰ ਥੋੜਾ ਜਿਹਾ ਤਦ ਪ੍ਰੈਫਰ ਕੀਤਾ ਕਿਉਂਕਿ ਆਲਰੇਡੀ ਅਸੀਂ ਉਹਨਾਂ ਦੀ 2 ਨੰਬਰ ਫੀਡ ਯੂਜ਼ ਕਰ ਰਹੇ ਸਨ, ਡਾਕਟਰ ਸਾਹਿਬ ਖਾਲਦ ਪਰਵੇਜ਼ ਸਾਹਿਬ ਦੀ, ਇਹ ਕੱਟੀਆਂ ਵਾਸਤੇ ਕਿਉਂਕਿ ਸਾਨੂੰ ਕੱਟੀਆਂ ਨੇ ਬੜਾ ਅੱਛਾ ਰਿਜ਼ਲਟ ਦਿੱਤਾ ਹੈ। ਉਹਦੇ ਵਾਸਤੇ ਸਿਰਫ ਅਸੀਂ ਸਾਈਲੇਜ ਤੇ ਨਾਲ ਸਿਰਫ 2 ਨੰਬਰ ਫੀਡ ਯੂਜ਼ ਕਰ ਰਹੇ ਹਾਂ। ਉਹਦੇ ਵਾਸਤੇ ਬਿਹਤਰੀਨ ਸਾਨੂੰ ਉਹਦੀ ਪ੍ਰੋਡਕਸ਼ਨ ਮਿਲ ਰਹੀ ਹੈ, ਉਹਦੀ ਜਨਾਬ ਐਵਰੇਜ ਜੋ ਸੀ ਵਜ਼ਨ ਦੀ ਉਹ ਬੜੀ ਅੱਛੀ ਮਿਲ ਰਹੀ ਹੈ ਸਰ। ਠੀਕ ਹੈ ਯਾਸਰ ਸਾਹਿਬ, ਵੰਡਾ ਸੁਬਹ ਕਹਿ ਰਹੇ ਹੋ ਕਿ ਖੁਸ਼ਕੀ ਇਸਤੇਮਾਲ ਕਰਦੇ ਹੋ? ਹਾਂਜੀ। ਤੇ ਸ਼ਾਮ ਦੇ ਟਾਈਮ ਤੁਸੀਂ ਪਾਣੀ 'ਚ ਇਸਤੇਮਾਲ ਕਰਦੇ ਹੋ ਜੀ। ਪਾਣੀ 'ਚ ਇਸਤੇਮਾਲ ਕਰਨ ਦੀ ਕੀ ਵਜ੍ਹਾ ਹੈ? ਪਾਣੀ 'ਚ ਇਹ ਹੈ ਕਿ ਜਾਨਵਰ ਜਿਹੜਾ ਆਪਣੀ ਕਪੈਸਿਟੀ ਤੋਂ ਜ਼ਿਆਦਾ ਪਾਣੀ ਪੀਂਦਾ, ਜਿੰਨਾ ਜਾਨਵਰ ਪਾਣੀ ਪੀਏਗਾ ਉਹਨਾਂ ਗੋਸ਼ਤ ਬਣਾਏਗਾ। ਠੀਕ ਹੈ, ਤਦ ਵਾਸਤੇ ਇਹਨਾਂ ਨੂੰ ਪਾਣੀ ਦੇ। ਹੁਣ ਤੁਸੀਂ ਅਗਰ ਜਾਨਵਰ ਨੂੰ ਵੈਸੇ ਪਾਣੀ ਪਿਲਾਉਂਦੇ ਹੋ ਮੈਕਸਿਮਮ 7 ਤੋਂ 8 ਲੀਟਰ ਪਾਣੀ ਪੀਏਗਾ। ਠੀਕ ਹੈ, ਇਹੀ ਵਜ੍ਹਾ ਹੈ ਜਿਹੜੇ ਤੁਸੀਂ ਵੱਡੇ ਫਾਰਮਰ ਦੇਖਦੇ ਹੋ ਆਪਣੀ ਕੁੱਤੀਆਂ ਵਗੈਰਾ 'ਚ ਕਾਫੀ ਜਿਹੜਾ ਪਾਣੀ ਛੋੜ ਕੇ ਉਹਨਾਂ ਰੱਖਿਆ ਹੁੰਦਾ। ਬੇਸਿਕਲੀ ਜਾਨਵਰ ਨੂੰ ਜਿੰਨਾ ਪਾਣੀ ਪਿਲਾਓਗੇ ਉਹਨਾਂ ਜਾਨਵਰ ਵਾਸਤੇ ਬਿਹਤਰ ਹੋਣਾ। ਤੇ ਦੂਸਰਾ ਅਸੀਂ ਇਹਨਾਂ ਨੂੰ ਨਾਲ ਪਾਣੀ ਦੇ ਵਿੱਚ ਸ਼ੱਕਰ ਦੇ ਦਈਏ ਤੇ ਨਾਲ ਸਰਸੋਂ ਦਾ ਆਇਲ ਮਿਕਸ ਕਰੀਦਾ ਤੇ ਮਿੱਠਾ ਸੋਡਾ ਮਿਕਸ ਕਰੀਦਾ। ਉਹ ਸ਼ਾਮ ਦੇ ਟਾਈਮ ਅਸੀਂ ਇਹਨਾਂ ਨੂੰ ਪਾਣੀ 'ਚ ਭੇਜ ਦਿੰਦੇ। ਸਰ ਤੁਸੀਂ ਜ਼ਿਕਰ ਕੀਤਾ ਵੈਸੇ ਜਾਨਵਰ 7 ਤੋਂ 8 ਲੀਟਰ ਪਾਣੀ ਪੀਂਦਾ ਹੈ ਜੀ। ਜਿਹੜਾ ਵੰਡਾ ਤੁਸੀਂ ਇਸਤੇਮਾਲ ਕਰਾਂਦੇ ਹੋ ਪਾਣੀ ਦੇ ਵਿੱਚ, ਉਹ ਫਿਰ ਕਿੰਨਾ ਪਾਣੀ ਇਸਤੇਮਾਲ ਕਰਦੇ ਹੋ? ਤਕਰੀਬਨ ਰਾਜ ਭਾਈ ਅਸੀਂ ਤਕਰੀਬਨ 25 ਤੋਂ 30 ਲੀਟਰ ਜਿਹੜਾ ਨਾ ਪਾਣੀ ਇੱਕ ਜਾਨਵਰ ਵਾਸਤੇ ਅਸੀਂ ਮਹਿਸੂਸ ਕੀਤਾ ਹੁੰਦਾ ਕਿ 25 ਤੋਂ 30 ਲੀਟਰ ਜਾਨਵਰ ਪਾਣੀ ਪੀਂਦਾ ਇੱਕ ਟਾਈਮ। ਠੀਕ ਹੈ, ਯਾਨੀ ਕਿ ਉਹ ਵੰਡੇ ਦੀ ਵਜ੍ਹਾ ਤੋਂ ਜ਼ਿਆਦਾ ਪਾਣੀ ਫਿਰ ਪੀ ਲੈਂਦਾ। ਜੀ ਜੀ ਹਾਂ। ਦੇਖੋ ਜੀ, ਉਹ ਪਾਣੀ ਅਗਰ ਫੀਡ ਜਿਹੜੀ ਪਾਣੀ 'ਚ ਮਿਕਸ ਕਰਕੇ ਅਗਰ ਦੇਵਾਂਗੇ ਤੁਸੀਂ ਦੇਖੋ ਖੁਦ ਇਹਨਾਂ ਮਾਸ਼ਾਅੱਲਾ ਸਿਹਤ ਦੇਖ ਲਓ ਕਾਫੀ ਬਿਹਤਰ। ਤਕਰੀਬਨ ਇਹ 1.5 ਮਹੀਨੇ ਦਾ ਰਿਜ਼ਲਟ ਹੈ ਤੁਹਾਡੇ ਸਾਹਮਣੇ। ਤੇ ਜਦੋਂ ਮੈਂ ਲੈ ਕੇ ਆਇਆ ਸਾਂ ਤੇ ਬਹੁਤ ਹੀ ਕਮਜ਼ੋਰ ਤੇ ਜਿੰਜ ਲਾਗਰ ਕਿਸਮ ਦੇ ਹੁਣ ਜਾਨਵਰ ਹੁੰਦੇ ਨੇ तो माशाल्लाह देखो काफ़ी अच्छी है ना। बिल्कुल जी माशाल्लाह सेहत इन्हां दी अच्छी है। ते सारा जिहड़ी खरीदारी है किस इलाके चों किस मंडी चों कीती है ते किहड़ियां गल्लां दा चीज़ां दा ख्याल रख के तुसीं ये जानवर खरीदे ने? राज भाई असी तो जानवर ले जे मुल्तान तो चीचा वतनी और मियाँ चन्नू वाली साइड तो कुछ डेरियां तो लेने कुछ मंडी तो लेने। तो ध्यान ही रखना चाहिए कोई खास चीज़ा नहीं है ना कि जानवर 2 दंद हो गए नाप झालर का इन्हों ध्यान रखना चाहिए। अगर जानवर कमज़ोर भी है ना कोई मसला नहीं, जानवर को सेहतमंद करना कोई मुश्किल नहीं है। अगर वह स्ट्रक्चर वड्डा होएगा ना, अगर कद बुद्ध वड्डा होएगा नाप झालर अच्छी होएगी तो जानवर को तुम एक सेहतमंद जानवर बना सकते हो। उन्होंने खुराक अच्छी दोगे तो सेहतमंद जानवर बनेगा लाजमी बने। माशाल्लाह सर इत्थे एक होर सवाल पैदा होंदा है, तुसीं 2 माह पहले इन्हां दी खरीदारी कीती है, यानी कि कुर्बानी च कुछ महीने रह गए हैं जदों तुसीं इन्हां दी खरीदारी कीती है। कुछ दोस्त ने वो 7-8 महीने पहले 10 महीने पहले जानवर लैके आउंदे ने, तुसीं की समझदे हो कि अगर कुछ महीने भी अगर मिल जान तो जानवरां दी तैयारी अच्छी मुमकिन है या कि जिहड़े दोस्त 10 महीने पहले लै आउंदे ने वो बेहतर ने? राज भाई जानवर नू देखो अगर मैं समझदा कि जानवर नू अगर 3 महीने कम से कम जानवर तुहाडे कोल लाजमी होना चाहिए, क्योंकि जानवर जो आंदा है 15-20 दिन तो स्ट्रैस च ओहदी गुजर जाती। डेफिनेटली तुसी ओहदी डिवर्मिंग करनी है तो तुसी ओनू कोई वैक्सीनेशन करनी है कोई चीज़, वो जानवर तकरीबन महीना जिहड़ा ना वो स्ट्रैस च गुजर जाता है। फिर 2 महीने वो होंगे ने अपना आप जो संभालना जानवर 2 महीने बाद अपना आप ठीक बना लेना। यानी कम से कम 3 महीने अगर मिल जाए तो बेहतर ने जी, कम से कम 3 महीने होने चाहिए। तो कोशिश करनी चाहिए अगर कई दोस्त 6 महीने की भी फार्मिंग करते हैं तो उन्होंने जानवर दोंदा ही लेना चाहिए। खीरे वाले जो कई लोग कहते हैं खीरा ले लो या उस सस्ता मिल जाएगा ये चीज़, लेकिन मैं समझदा कि दोंदा जिहड़ा जानवर होएगा वो जवान हो जाता, वो अपना वेट भी जल्दी गेन करता है तो बेहतर रहता फार्मर को, एक फायदेमंद प्रॉफिटेबल काम। सर इन्हां दी जिहड़ी डिवर्मिंग या वैक्सीन है ਉਹਦਾ ਮੁਖਤਸਰ ਦੱਸ ਦਿਓ ਕਿ ਕੀ ਤਰੀਕੇਕਾਰ ਹੈ ਤੇ ਕਿੰਨੀ ਦਫਾ ਕਰਾਉਂਦੇ ਹੋ? जी ਇਹਨਾਂ ਨੂੰ ਜਿਹੜਾ ਅਸੀਂ ਲੈ ਕੇ ਆਏ ਸੀ ਜੇ ਸਭ ਤੋਂ ਪਹਿਲੇ ਤੇ ਇਹਨਾਂ ਦੀ ਅਸੀਂ ਡਿਵਰਮਿੰਗ ਕੀਤੀ ਸੀ ਤੇ ਠੀਕ ਆਇਵਰਮੈਕਟਨ ਤੇ
ਦੂਸਰਾ ਸੈਕੰਡਲੀ ਅਸੀਂ ਇਹਨਾਂ ਦੇ ਵੈਕਸੀਨੇਸ਼ਨ ਕਰਵਾਈ ਸੀ ਮੂੰਹ ਖੋੜ ਦੀ, ਔਰ 3-4 ਦਿਨ ਪਹਿਲੇ ਅਸੀਂ ਗਲਗੋਟੂ ਦੀ ਇਹਨਾਂ ਦੀ ਵੈਕਸੀਨੇਸ਼ਨ ਕਰਵਾਈ ਔਰ ਹਰ ਵੀਕ ਇਹਨਾਂ ਨੂੰ ਅਸੀਂ ਜਿਹੜਾ ਚਿਚੜਾਂ ਵਾਲੀ ਸਪਰੇਅ ਵਗੈਰਾ ਜਿਹੜੀ ਫਾਰਮ 'ਤੇ ਅਸੀਂ ਸਪਰੇਅ ਕਰਦੇ ਹਾਂ ਇਹਨਾਂ ਦੇ ਉੱਤੇ ਵੀ ਸਪਰੇਅ ਕਰਦੇ ਹਾਂ ਤੇ ਬਕਾਇਦਾ ਤੌਰ 'ਤੇ ਇਹਨਾਂ ਨੂੰ ਨਲਾਈਦਾ ਤੇ ਨਾਲ ਇਹਨਾਂ ਨੂੰ ਸਪਰੇਅ ਕਰੀਦਾ ਕੋਈ ਕੀੜੇ ਮਕੌੜੇ ਜਿਵੇਂ ਸ਼ੁਆ ਨਾ ਪੈ। ਠੀਕ ਹੈ ਸਰ, ਤੁਸੀਂ ਕੀ ਸਮਝਦੇ ਹੋ ਜਿਹੜੀ ਮਿਹਨਤ ਕੀਤੀ, ਹੁਣ ਪਹਿਲੇ ਵੀ ਤੁਹਾਡਾ ਤਜਰਬਾ ਹੈ ਫਾਰਮਿੰਗ ਦਾ, ਤੁਸੀਂ ਕੱਟੀਆਂ ਤਿਆਰ ਕਰਦੇ ਰਹੇ ਹੋ, ਸ਼ਾਇਦ ਕੱਟੇ ਵੀ ਤਿਆਰ ਕੀਤੇ ਨੇ ਜੀ ਜੀ, ਤੇ ਕੀ ਸਮਝਦੇ ਹੋ ਕਿ ਜਿਹੜੇ ਕੁਰਬਾਨੀ ਵਾਲੇ ਜਾਨਵਰ ਨੇ ਕੀ ਕੋਈ ਬੱਚਤ ਦੇਈ ਜਾਂਦੇ, ਕੋਈ ਐਸਟੀਮੇਟ ਲਾਇਆ ਹੈ? ਜੀ ਬਿਲਕੁਲ, ਕੁਰਬਾਨੀ ਵਾਲੇ ਜਾਨਵਰ ਅਗਰ ਤੁਸੀਂ ਨਾਰਮਲੀ ਤੁਸੀਂ ਰੱਖਦੇ ਹੋ ਕਿ ਜ਼ਾਰੀ ਬਾਤ ਹੈ ਅਗਰ ਲੌਂਗ ਪੀਰੀਅਡ ਵਾਸਤੇ ਰੱਖਦੇ ਹੋ ਤੇ ਉਹ ਪਰਚੇਜ਼ਿੰਗ ਵੀ ਤੁਹਾਡੀ ਸਸਤੀ ਹੋਏਗੀ ਤੇ ਉਹਦੇ 'ਚ ਇਹ ਵੇ ਕਿ ਤੁਹਾਨੂੰ 10-15 ਹਜ਼ਾਰ, ਕੋਈ 7,000 ਵੀ ਦੇ ਜਾਂਦਾ, ਕੋਈ 10,000 ਵੀ ਦੇ ਜਾਂਦਾ, ਕੋਈ 15,000 ਵੀ ਦੇ ਜਾਂਦਾ, ਕੋਈ 20,000 ਵੀ ਦੇ ਜਾਂਦਾ, ਪ੍ਰੋਫਿਟ ਤੇ ਦੇ ਹੀ ਜਾਂਦਾ। ਜ਼ਾਰੀ ਬਾਤ ਹੈ ਡੈਫੀਨਿਟਲੀ ਫਾਰਮਰ ਇੱਕ ਕੋਈ ਬੰਦਾ ਕਿ ਮੈਨੂੰ ਪ੍ਰੋਫਿਟ ਨਹੀਂ ਆਉਂਦੀ ਹੈ ਤੇ ਛੂਟ ਤੇ ਪ੍ਰੋਫਿਟ ਵਾਸਤੇ ਬੰਦਾ ਕੰਮ ਕਰਦਾ, ਕੁਛ ਨਾ ਕੁਛ ਤਾਂ ਪ੍ਰੋਫਿਟ ਲੈ ਕੇ ਕੰਮ ਕਰਦਾ। ਜੀ ਸਰ, ਮੈਂ ਚਾਹਾਂਗਾ ਮਾਸ਼ਾਅੱਲਾ ਕਾਫੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ। ਜਿਹੜੇ ਜਾਨਵਰ ਜਨਾਬ ਦੇ ਫਾਰਮ ਤੇ ਮੌਜੂਦ ਨੇ, ਕੋਈ ਚੰਦ ਇੱਕ ਦੇ ਰੇਟ ਦੱਸੇ ਜਾਣ, ਦੋਸਤਾਂ ਨੂੰ ਅੰਦਾਜ਼ਾ ਹੋਈਏ ਜੀ ਕਿ ਇਹਨਾਂ ਦੀ ਕੀ ਕੀਮਤ ਹੈ। ਜੀ ਫਰਾਜ਼ ਭਾਈ ਇਹਦਾ ਰੇਟ ਜੀ 140। ਲੋ ਜੀ ਦੋਸਤੋ, ਇਹ ਸਾਹਮਣੇ ਚੈੱਕ ਕਰੋ ਜੀ, ਇਸ ਜਾਨਵਰ ਦਾ ਰੇਟ ਹੈ ਜੀ 1,40,000 ਤੇ ਮਾਸ਼ਾਅੱਲਾ ਜੀ ਹੈ ਵੀ ਸਿਹਤਮੰਦ ਹੈ ਤੇ ਕੱਦ ਬਹੁਤ ਵੀ ਇਹਦਾ ਠੀਕ ਹੈ ਜੀ। ਮੂੰਹ 'ਚ ਦੋ ਦੰਦ ਹੀ ਹੈ ਜੀ, ਦੋ ਦੰਦ। ਵਜ਼ਨ ਦਾ ਕੋਈ ਅੰਦਾਜ਼ਾ ਤਾਂ ਸੋਚਦੇ ਜੀ ਵਜ਼ਨ ਕਿੰਨਾ ਹੋਏਦਾ? ਤਕਰੀਬਨ 5 ਦੇ ਨਜ਼ਦੀਕ ਹੈ ਇਹ 5 ਮਣ ਗੋਸ਼ਤ। ਹਾਂਜੀ ਠੀਕ ਹੈ, ਲਾਈਵ ਤਕਰੀਬਨ 10 ਮਣ ਕਹਿ ਲਈਏ। ਹਾਂਜੀ 9-10 ਮਣ। 9-10 ਮਣ ਲਾਈਵ। ਤੁਸੀਂ ਮੇਰੇ ਖਿਆਲ ਨਾਲ ਜਿਹੜਾ ਕੰਡਾ ਉਹ ਵੀ ਰੱਖਿਆ, ਵਜ਼ਨ ਇਹਨਾਂ ਦਾ ਕੀਤਾ ਜੀ? ਅਸੀਂ 10 ਦਿਨ ਬਾਅਦ ਇਹਦਾ ਵਜ਼ਨ ਕਰਦੇ। ਠੀਕ ਹੈ, ਯਾਨੀ ਕਿ ਨਹੀਂ ਹੋਇਆ ਇਹਦਾ। ਅੱਛਾ, ਹਲੇ ਨਹੀਂ ਹੋਇਆ, ਅੰਦਾਜ਼ਾ ਨਹੀਂ ਤੁਸੀਂ? ਹਾਂਜੀ ਅੰਦਾਜ਼ਾ। ਠੀਕ ਹੈ, ਯਾਨੀ 5 ਮਣ ਦੇ ਨਜ਼ਦੀਕ ਗੋਸ਼ਤ ਹੋਏਦਾ ਤੇ ਰੇਟ ਹੈ 1,40,000। ਹਾਂਜੀ। ਇਹਦਾ ਸਰ ਕਿੰਨਾ ਰੇਟ ਹੈ? ਇਹਦਾ 1,38,000। 1,38,000। ਮੂੰਹ 'ਚ ਦੋ ਦੰਦ ਹੀ ਹੈ? ਦੋ ਦੰਦ। ਠੀਕ ਹੈ, ਤੇ ਨਸਲ ਪਿਓਰ ਸਾਹੀਵਾਲ ਜਾਂ ਕ੍ਰਾਸ ਹੈ? ਜੀ ਇਹ ਦੇਸੀ ਨੇ ਸਾਹੀਵਾਲ। ਸਾਹੀਵਾਲ ਤੇ ਦੇਸੀ? ਹਾਂਜੀ। ਠੀਕ ਹੈ, ਤੇ ਇਹਦਾ ਵਜ਼ਨ ਅੰਦਾਜ਼ਨ? ਇਹਦਾ ਵਜ਼ਨ ਤਕਰੀਬਨ 4.5 ਦੇ ਨਜ਼ਦੀਕ ਹੈ। 4.5 ਮਣ ਗੋਸ਼ਤ। ਹਾਂਜੀ। ਤੇ ਲੋ ਜੀ ਦੋਸਤੋ, ਇੱਕ ਹੋਰ ਬੱਚਾ ਜੀ, ਇਹ ਵੀ ਮੂੰਹ 'ਚ ਦੋ ਦੰਦ ਹੈ? ਜੀ ਦੋ ਦੰਦ ਹੈ, ਸਾਹੀਵਾਲ ਹੈ। ਠੀਕ ਹੈ, ਸਾਹੀਵਾਲ ਪਿਓਰ ਜਾਂ ਦੇਸੀ ਦਾ ਕ੍ਰਾਸ? ਨਹੀਂ ਪਿਓਰ। ਠੀਕ ਹੈ, ਮੂੰਹ 'ਚ ਦੋ ਦੰਦ ਤੇ ਕਿੰਨਾ ਵਜ਼ਨ ਇਹਦਾ ਸਰ? ਇਹਦਾ ਵੀ ਤਕਰੀਬਨ 4.5 ਦੇ ਨਜ਼ਦੀਕ, 4.25 ਦੇ ਨਜ਼ਦੀਕ। 4.25 ਮਣ ਗੋਸ਼ਤ ਹੋਏਦਾ ਤੇ ਰੇਟ ਦਾ? ਇਹਦਾ ਜੀ 1,38,000। 1,38,000। ਠੀਕ ਹੈ, ਔਰ ਅਭੀ ਜਾਨਵਰ ਹੈ ਨੇ ਜੀ ਮਾਸ਼ਾਅੱਲਾ। ਹਾਂਜੀ। ਇਹ ਮੈਂ ਸਕਰੀਨ ਤੇ ਵੀ ਚਲਾ ਦਿਆਂਦਾ। ਠੀਕ ਹੈ ਜੀ। ਔਰ ਯਾਸਰ ਸਾਹਿਬ, ਉਹ ਜਿਹੜੇ ਜਾਨਵਰ ਉਧਰ ਮੌਜੂਦ ਨੇ ਉਹ ਵੀ ਕੁਰਬਾਨੀ ਵਾਸਤੇ ਨੇ? ਹਾਂਜੀ, ਉਹ ਵੀ ਕੁਰਬਾਨੀ ਵਾਸਤੇ। ਠੀਕ ਹੈ, ਇਹਦਾ ਕੀ ਰੇਟ ਹੈ? ਇਹਦਾ ਫਰਾਜ਼ ਭਾਈ 1,36,000 ਦੇ। 1,36,000। ਇਹ ਵੀ ਸਾਹੀਵਾਲ ਦੇ। ਠੀਕ ਹੈ। ਇਹ ਦੇਸੀ ਜੇ। ਅੱਛਾ, ਇਹਦਾ ਕੀ ਰੇਟ ਹੈ? ਇਹਦਾ 1,38,000 ਦੇ। ਇਹਦਾ ਵੀ 1,38,000। ਤੇ ਉਹ ਜਿਹੜੇ ਸਾਹਮਣੇ ਮੌਜੂਦ ਨੇ ਜੀ ਉਹਨਾਂ 'ਚ ਇਹ ਸਾਹੀਵਾਲ ਖੜਾ ਜੀ। ਠੀਕ ਹੈ। ਠੀਕ ਹੈ। ਇਹਦਾ ਕੀ ਰੇਟ ਹੈ ਸਰ? 1,42,000 ਜੀ ਇਹਦਾ। 1,42,000। ਠੀਕ ਹੈ। ਇਹਦਾ ਕਿੰਨਾ ਗੋਸ਼ਤ ਹੋਏਦਾ? ਇਹ ਤਕਰੀਬਨ 5 ਮਣ ਦੇ। 5 ਮਣ। ਠੀਕ ਹੈ। ਅੱਛਾ ਯਾਸਰ ਸਾਹਿਬ, ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ ਕਿ ਕੁਝ ਦੋਸਤ ਖਰੀਦਦਾਰੀ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਕੋਲ ਜਗ੍ਹਾ ਦਸਤਿਆਬ ਨਹੀਂ ਹੁੰਦੀ, ਉਹ ਫਿਰ ਸੋਚਦੇ ਨੇ ਕਿ ਈਦ ਕਰੀਬ ਆਏ ਦੀ ਫਿਰ ਖਰੀਦਦਾਰੀ ਕਰਾਂਗੇ, ਉਹਨਾਂ ਵਾਸਤੇ ਕੋਈ ਸਹੂਲਤ ਹੈ ਵੇ? ਜੀ ਫਰਾਜ਼ ਭਾਈ, ਅਸੀਂ ਉਹਨਾਂ ਵਾਸਤੇ ਬਿਹਤਰ ਇਹ ਹੀ ਕਰ ਸਕਦੇ ਹਾਂ ਕਿ ਅਗਰ ਉਹ ਖਰੀਦਣਾ ਚਾਹਣ ਜਿਸ ਤਰ੍ਹਾਂ ਵੀ ਹੈ ਤੇ ਅਸੀਂ ਉਹਨਾਂ ਨੂੰ ਜਗ੍ਹਾ ਪ੍ਰੋਵਾਈਡ ਕਰ ਦਿਆਂਗੇ। ਠੀਕ ਹੈ। ਤੋ ਜਿਸ ਤਰ੍ਹਾਂ ਵੀ ਉਹ ਸਾਡੇ ਨਾਲ ਫਿਰ ਹੈਂਡਲ ਕਰਨਾ ਚਾਹਣ, ਜਿਸ ਤਰ੍ਹਾਂ ਵੀ ਰੱਖਣਾ ਚਾਹਣ, ਜਗ੍ਹਾ ਜਾਨਵਰ ਉਹਨਾਂ ਦਾ ਇੱਥੇ ਹੀ ਹੋਏਗਾ ਜੀ, ਤੇ ਜਿਹੜੀ ਲੁੱਕ ਆਫਟਰ ਜਿੰਨੀ ਹੋਏਗੀ ਅਸੀਂ ਉਹਨਾਂ ਦੀ ਕਰਾਂਗੇ। ਠੀਕ ਹੈ। ਤੇ ਸਰ ਜਨਾਬ ਦਾ ਰਾਬਤਾ ਨੰਬਰ WhatsApp ਵਾਲਾ? 0300 62 60 620। ਇਹ ਇੱਕ ਹੀ ਨੰਬਰ ਐਡ ਕਰਨਾ ਹੈ? ਹਾਂਜੀ। ਇੱਕ ਦਫਾ ਫਿਰ ਰਿਪੀਟ ਕਰ ਦਿਓ ਸਰ। 0300 62 60 620। ਜੀ ਯਾਸਰ ਸਾਹਿਬ, ਬਹੁਤ ਸ਼ੁਕਰੀਆ ਜੀ ਸਰ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਅੱਛੀ ਤੁਮਦਾ ਗੁਫ਼ਤਗੂ ਕੀਤੀ ਹੈ। ਇਜਾਜ਼ਤ ਚਾਹੁੰਦੇ ਹਾਂ। ਅੱਲਾਹ ਹਾਫਿਜ਼।